ਸਤਿ ਸ੍ਰੀ ਅਕਾਲ। ਉਮੀਦ ਕਰ ਰਿਹਾ ਪੰਜਾਬ ਤੁਸੀਂ ਸਾਰਿਆਂ ਨੇ ਵੋਟ ਪਾਈ ਹੋਊਗੀ, ਮੈਂ ਵੀ ਪਾਈ। ਤੇ ਮੈਂ ਕੁਝ ਜੋ ਚੀਜ਼ਾਂ ਅੱਜ ਐਕਸਪੀਰੀਅੰਸ ਕੀਤਾ ਜਦੋਂ ਮੈਂ ਪੋਲਿੰਗ ਬੂਥ ਤੇ ਸੀਗਾ, ਮੈਂ ਸੋਚਿਆ ਉਹ ਥੋੜਾ ਸਾਂਝਾ ਕਰੀਏ। ਗੱਲ ਅੱਜ ਕਰਨ ਲੱਗਿਆ ਇਲੈਕਸ਼ਨ ਕਮਿਸ਼ਨ ਦੀ, ਖਾਸ ਕਰਕੇ ਪੰਜਾਬ ਇਲੈਕਸ਼ਨ ਕਮਿਸ਼ਨ ਦੀ। ਮੈਂ ਇਸ ਤੋਂ ਪਹਿਲਾਂ ਜ਼ਿਕਰ ਕੀਤਾ ਹੈ ਕਿ ਪੰਜਾਬ ਇਲੈਕਸ਼ਨ ਕਮਿਸ਼ਨ ਨੂੰ ਬੈਟਰ ਕੰਮ ਕਰਨ ਦੀ ਲੋੜ ਹੈ। ਮੈਂ ਇਹ ਨਹੀਂ ਕਹਿ ਰਿਹਾ ਕਿ ਉਹ ਕੰਮ ਨਹੀਂ ਕਰਦੇ ਜਾਂ ਮਾੜਾ ਕਰਦੇ ਨੇ, ਪਰ ਜੋ ਵੀ ਹੈ ਬੈਟਰ ਕਰਨ ਦੀ ਲੋੜ ਹੈ। ਮੈਂ ਪਹਿਲਾਂ ਇਸ ਗੱਲ ਤੇ ਪੁਆਇੰਟ ਆਊਟ ਕੀਤਾ ਸੀਗਾ ਕਿ ਪਿਛਲੇ ਸਾਲਾਂ ਵਿੱਚ 2014 ਤੋਂ 19 ਦੀ ਜੇ ਗੱਲ ਕਰੀਏ, ਜਦੋਂ ਸੈਂਟਰ ਦੀ ਚੋਣ ਸੀਗੀ ਤੇ ਜਦੋਂ ਸਟੇਟ ਦੀ ਚੋਣ ਸੀਗੀ, ਇਸ ਤੋਂ ਪਹਿਲਾਂ 2012 ਤੇ 17 ਦੇ ਜਿਹੜੇ ਅੰਕੜੇ ਸੀਗੇ, ਉਦੋਂ VOTING ਪਰਸੈਂਟੇਜ ਘਟਦੀ ਰਹੀ ਹੈ। ਇਸ ਕਰਕੇ ਮੈਂ ਇਹ ਪੁਆਇੰਟ ਆਊਟ ਕੀਤਾ ਸੀਗਾ ਕਿ ਇਹਨਾਂ ਨੂੰ ਹੋਰ ਬੈਟਰ ਕੰਮ ਕਰਨ ਦੀ ਲੋੜ ਹੈ, ਲੋਕਾਂ ਨੂੰ ਹੋਰ ਪ੍ਰੇਰਿਤ ਕਰਨ ਦੀ ਲੋੜ ਹੈ, ਜੋ ਬਹੁਤ ਇੰਪੋਰਟੈਂਟ ਇੱਕ ਕੰਮ ਹੈ ਇਲੈਕਸ਼ਨ ਕਮਿਸ਼ਨ ਦਾ, ਕਿ ਪੋਲ ਪਰਸੈਂਟੇਜ ਵਧੇ। ਜ਼ਿਆਦਾ ਤੋਂ ਜ਼ਿਆਦਾ ਵੋਟ ਪੈਣੀ ਸਾਡੀ ਡੈਮੋਕ੍ਰੇਸੀ ਲਈ, ਲੋਕਤੰਤਰ ਨੂੰ ਸੁਚੱਜੇ ਢੰਗ ਨਾਲ ਚੱਲਦੇ ਰਹਿਣ ਲਈ ਤੇ ਅੱਗੇ ਵਧਣ ਲਈ ਬੜਾ ਇੰਪੋਰਟੈਂਟ ਹੁੰਦਾ। ਖੈਰ, ਇਹ ਇੱਕ ਅਲੱਗ ਡਿਸਕਸ਼ਨ ਹੈ। ਪਰ ਮੈਂ ਅੱਜ ਜੋ ਪੋਲਿੰਗ ਬੂਥ ਵਿੱਚ ਐਕਸਪੀਰੀਅੰਸ ਕੀਤਾ, ਉਹ ਖਾਸ ਕਰਕੇ ਕੋਵਿਡ ਦੇ ਦੌਰਾਨ ਮੈਨੂੰ ਲੱਗਦਾ ਬੜਾ ਇੰਪੋਰਟੈਂਟ ਹੈ। ਇੱਕ ਸਮੇਂ ਤੇ ਜਦੋਂ ਇਲੈਕਸ਼ਨ ਕਮਿਸ਼ਨ ਨੇ ਇਹਨਾਂ ਚੋਣਾਂ ਦੀ ਤਾਰੀਖ ਫਾਈਨਲ ਕੀਤੀ ਸੀ, ਮੈਨੂੰ ਯਾਦ ਹੈ ਉਸ ਪ੍ਰੈਸ ਕਾਨਫਰੰਸ ਵਿੱਚ ਕੋਵਿਡ ਦੀ ਬਹੁਤ ਜ਼ਿਆਦਾ ਗੱਲ ਹੋ ਰਹੀ ਸੀਗੀ, ਕਿਉਂਕਿ ਉਸ ਵੇਲੇ ਕੋਵਿਡ ਦੀ ਤੀਜੀ ਲਹਿਰ ਜਿਹੜੀ ਸੀ ਆਪਣੀ ਚਰਮ ਤੇ ਸੀਗੀ। ਉਦੋਂ 1 ਲੱਖ ਤੋਂ ਜ਼ਿਆਦਾ ਕੇਸ ਪ੍ਰਤੀ ਦਿਨ ਔਨ ਐਵਰੇਜ ਆ ਰਹੇ ਸੀਗੇ ਦੇਸ਼ ਵਿੱਚ। ਇਸ ਵੇਲੇ ਉਹ ਕੇਸ ਦੇ ਨੰਬਰ ਜੇ ਦੇਖੀਏ ਤਾਂ ਬਹੁਤ ਘਟੇ ਹੋਏ ਆ, 20-30 ਹਜ਼ਾਰ ਦੇ ਵਿੱਚ ਕੇਸ ਆ ਰਹੇ ਨੇ। ਪਰ ਉਦੋਂ ਉਸ ਪ੍ਰੈਸ ਕਾਨਫਰੰਸ 'ਚ ਬਾਰ-ਬਾਰ ਗੱਲ ਹੋ ਰਹੀ ਸੀ ਕਿ ਰੈਲੀਜ਼ ਤੇ ਜਿਹੜਾ ਬੈਨ ਹੈ ਉਹਨੂੰ ਰਿਵਿਊ ਕੀਤਾ ਜਾਏਗਾ। ਚੋਣਾਂ ਜਦੋਂ ਤੱਕ ਨੇ, ਜੇ ਕੇਸ ਨਾ ਘਟਦੇ ਰਹੇ ਤਾਂ ਚੋਣਾਂ ਵੀ ਮੁਲਤਵੀ ਹੋ ਸਕਦੀਆਂ ਨੇ। ਕੇਸ ਬਹੁਤ ਘਟ ਗਏ ਨੇ, ਸੋ ਚੋਣਾਂ ਮੁਲਤਵੀ ਨਹੀਂ ਹੋਈਆਂ। ਪਰ ਕੋਵਿਡ ਐਪਰੋਪਰੀਏਟ ਜਿਹੜਾ ਬਿਹੇਵੀਅਰ ਹੈ, ਉਹ ਮੈਨੂੰ ਲੱਗਦਾ ਇਨਸ਼ੋਰ ਕਰਨਾ ਬੜਾ ਜ਼ਰੂਰੀ ਸੀਗਾ। ਕਹਿਣ ਨੂੰ ਤਾਂ ਪੰਜਾਬ ਇਲੈਕਸ਼ਨ ਕਮਿਸ਼ਨ ਨੇ, ਮੈਂ ਸਿਰਫ ਆਪਣੇ ਪੰਜਾਬ ਦੀ ਜੇ ਗੱਲ ਕਰਾਂ ਤਾਂ ਇੱਕ ਸਰਵਿਸ ਜੀ ਉਹ ਦੇ ਦਿੱਤੀ ਸੀਗੀ, ਕਿਉਂਕਿ ਹਰ ਬੂਥ ਦੇ ਬਾਹਰ ਇੱਕ ਟੇਬਲ ਦੇ ਉੱਤੇ ਬਹੁਤ ਸਾਰੇ ਮਾਸਕ ਪਏ ਸਨ, ਸੈਨੀਟਾਈਜ਼ਰ ਪਿਆ ਸੀਗਾ ਤੇ ਨਾਲ ਹੀ ਟੈਂਪਰੇਚਰ ਚੈਕਿੰਗ ਜਿਹੜੀ ਗਨ ਹੁੰਦੀ ਹੈ, ਜਿਹੜੀ ਅਸੀਂ ਅੱਜ ਕੱਲ੍ਹ ਕਈ ਥਾਵਾਂ ਤੇ ਦੇਖਦੇ ਹਾਂ, ਉਹ ਪਈ ਸੀਗੀ। ਪਰ ਇਹੀ ਪੁਆਇੰਟ ਹੈ, ਉਹ ਸਿਰਫ ਪਈ ਸੀਗੀ। ਕਿਸੇ ਦਾ ਟੈਂਪਰੇਚਰ ਚੈੱਕ ਨਹੀਂ ਹੋਇਆ, ਕਿਸੇ ਨੂੰ ਸੈਨੀਟਾਈਜ਼ ਕਰਨ ਲਈ ਨਹੀਂ ਕਿਹਾ ਗਿਆ। ਜੇ ਕੋਈ ਵਰਤਣਾ ਚਾਹੇ ਉਹਨੂੰ ਵਰਤ ਲੇ। ਉਸ ਤੋਂ ਵੀ ਇੰਪੋਰਟੈਂਟ ਗੱਲ, ਬਹੁਤ ਲੋਕਾਂ ਨੇ ਮਾਸਕ ਨਹੀਂ ਸੀ ਲਾਏ ਹੋਏ। ਜਿਹਦੀ ਮਰਜ਼ੀ ਆ ਉਹ ਲਾਵੇ, ਜਿਹਦੀ ਨਹੀਂ ਮਰਜ਼ੀ ਉਹ ਨਾ ਲਾਵੇ। ਉੱਥੇ ਖੜੀ ਪੰਜਾਬ ਪੁਲਿਸ, CRPF, ITBP ਦੀ ਫੋਰਸ ਜਾਂ ਜਿੰਨੇ ਪੋਲ ਆਫੀਸਰ ਸੀਗੇ, ਜਿੰਨਾ ਸਟਾਫ ਹੁੰਦਾ, ਮੁਲਾਜ਼ਮ ਹੁੰਦੇ ਨੇ ਜਿਹੜੇ ਵੋਟ ਪਵਾ ਰਹੇ ਹੁੰਦੇ ਨੇ, ਉਹਨਾਂ ਨੇ ਵੀ ਕਿਸੇ ਨੂੰ ਨਹੀਂ ਕਿਹਾ ਕਿ ਤੁਸੀਂ ਮਾਸਕ ਲਗਾਓ, ਤੇ ਉਹਨਾਂ ਚੋਂ ਕਈਆਂ ਨੇ ਆਪ ਵੀ ਨਹੀਂ ਸੀ ਲਾਏ ਹੋਏ। ਸੋ ਬੇਸਿਕਲੀ ਬਾਈ ਚੋਇਸ ਸੀਗਾ। ਸ਼ਾਇਦ ਇਹ ਗੱਲ ਠੀਕ ਲੱਗੇ ਕਿ ਚੋਇਸ ਹੋਣੀ ਚਾਹੀਦੀ ਹੈ, ਪਰ ਅਸੀਂ ਖੁਦ ਐਕਸਪੀਰੀਅੰਸ ਕੀਤਾ ਹੈ। ਜ਼ਿਆਦਾਤਰ ਟਾਈਮ ਜਦੋਂ ਲੋਕ ਵੋਟ ਪਾਉਣ ਜਾਂਦੇ ਨੇ, ਲਾਈਨਾਂ ਲੱਗਦੀਆਂ ਨੇ। ਦੂਜੀ ਗੱਲ, ਉਸ ਇੱਕ ਕਮਰੇ ਦੇ ਅੰਦਰ ਇੰਨਾ ਸਟਾਫ ਬੈਠਾ ਹੁੰਦਾ ਤੇ ਫਿਰ ਵੋਟਰ ਵੀ ਹੁੰਦਾ। ਸੋ ਕੋਵਿਡ ਫੈਲਣ ਦਾ ਖਤਰਾ ਇਹੋ ਜਿਹੀ ਥਾਵਾਂ ਵਿੱਚ ਹੁੰਦਾ ਹੈ, ਸਪੈਸ਼ਲੀ ਇਨ ਕਲੋਜ਼ਡ, ਬੰਦ ਥਾਵਾਂ 'ਚ ਅਸੀਂ ਗੱਲ ਕਰਦੇ ਹਾਂ, ਤੇ ਜਦੋਂ ਬਹੁਤ ਲੋਕ ਹੁੰਦੇ ਅਸੀਂ ਬਾਰ-ਬਾਰ ਗੱਲ ਕਰਦੇ ਹਾਂ। ਸੋ ਕਿਤੇ ਆ ਚੋਣਾਂ ਕੋਵਿਡ ਦੀ ਇੱਕ ਹੋਰ ਲਹਿਰ ਨੂੰ ਨਾ ਲਿਆਉਣ, ਮੈਨੂੰ ਲੱਗਦਾ ਉਹਦਾ ਖਾਸ ਧਿਆਨ ਰੱਖਿਆ ਜਾਣਾ ਚਾਹੀਦਾ ਸੀਗਾ। ਸੋ ਅੱਜ ਮੈਂ ਇਸ ਰਿਪੋਰਟ ਵਿੱਚ ਸਿਰਫ ਇੰਨੀ ਗੱਲ ਕਰ ਰਿਹਾ ਕਿ ਇਲੈਕਸ਼ਨ ਕਮਿਸ਼ਨ ਦੇ ਕਈ ਫਰਜ਼ ਨੇ। ਇਹ ਚੋਣਾਂ 'ਚ ਕੋਵਿਡ ਨੂੰ ਦੇਖਦੇ 1 ਘੰਟਾ ਹੋਰ ਮਤਦਾਨ ਦਾ ਟਾਈਮ ਵਧਾਇਆ ਗਿਆ ਵੀ ਲੋਕੀ ਘੱਟ ਆਉਣ ਇੱਕ ਟਾਈਮ ਤੇ, ਪਰ ਐਵੇਂ ਨਹੀਂ ਹੁੰਦਾ। ਲੋਕਾਂ ਨੇ ਉਸ ਪੂਰੇ ਟਾਈਮ 'ਚ ਜਦੋਂ ਆਉਣਾ ਉਦੋਂ ਹੀ ਆਉਣਾ। ਸੋ ਇਸ ਕਰਕੇ ਕੋਵਿਡ ਦੇ ਜਿਹੜੇ ਗਾਈਡਲਾਈਨਸ ਹੈ, ਜਿਹੜੇ ਮੈਜਰਸ ਅਸੀਂ ਲੈ ਸਕਦੇ ਹਾਂ ਸਪਰੈਡ ਰੋਕਣ ਲਈ, ਉਹ ਮੈਨੂੰ ਲੱਗਦਾ ਲੈਣੇ ਬਹੁਤ ਜ਼ਰੂਰੀ ਸੀਗੇ। ਇਹ ਤਾਂ ਤੁਸੀਂ ਕਹਿਣ ਨੂੰ ਸ਼ਾਇਦ ਜੋ ਗਾਈਡਲਾਈਨ ਸੈਂਟਰਲ ਇਲੈਕਸ਼ਨ ਕਮਿਸ਼ਨ ਦੀ ਆਈ ਹੋਵੇ, ਸੈਂਟਰ ਸਰਕਾਰ ਦੀ ਵੀ ਆਈ ਹੋਵੇ, ਉਸ ਹਿਸਾਬ ਨਾਲ ਤੁਸੀਂ ਮਾਸਕ, ਸੈਨੀਟਾਈਜ਼ਰ, ਟੈਂਪਰੇਚਰ ਗਨ ਤਾਂ ਰੱਖ ਲਈ, ਪਰ ਉਹ ਉੱਥੇ ਰੱਖੇ ਹੋਏ ਸਿਰਫ ਇੱਕ ਸ਼ੋਅ ਪੀਸ ਵਾਂਗ, ਉਹਨਾਂ ਦਾ ਕੋਈ ਫਾਇਦਾ ਨਹੀਂ। ਮੈਨੂੰ ਲੱਗ ਰਿਹਾ ਸੀਗਾ ਕਿ ਮਾਸਕ ਲਾਉਣਾ ਬਹੁਤ ਜ਼ਰੂਰੀ ਹੋਏਗਾ ਤੇ ਲੋਕਾਂ ਨੂੰ ਕਿਹਾ ਜਾਏਗਾ। ਜਦੋਂ ਮੈਂ ਗੇਟ ਤੇ ਪਹੁੰਚਿਆ, ਕਿਉਂਕਿ ਜਿੱਥੇ ਮੈਂ ਵੋਟ ਪਾਈ ਉਹ ਇੱਕ ਪ੍ਰਾਈਵੇਟ ਸਕੂਲ ਸੀਗਾ, ਉਹਦੇ ਗੇਟ ਤੇ ਸਿਰਫ ਇੱਕ ਪੋਸਟਰ ਲੱਗਾ ਸੀਗਾ ਕਿ ਅੰਦਰ ਮੋਬਾਈਲ ਫੋਨ ਲਿਜਾਣਾ ਮਨਾ ਹੈ, ਤੇ ਉੱਥੇ ਬੈਠੇ ਸੈਂਟਰਲ ਕਿਸੇ ਫੋਰਸ ਦਾ ਜਿਹੜਾ ਕਰਮਚਾਰੀ ਸੀਗਾ, ਉਹਨੇ ਵੀ ਇਹੀ ਪੁੱਛਿਆ ਕਿ ਤੁਹਾਡੇ ਕੋਲ ਫੋਨ ਤਾਂ ਨਹੀਂ ਹੈ। ਮੈਂ ਕਿਹਾ ਹੈਗਾ, ਉਹਨਾਂ ਨੇ ਕਿਹਾ ਬਾਹਰ ਛੱਡ ਕੇ ਆਓ। ਦੈਟ ਇਜ਼ ਇਟ। ਉਸ ਤੋਂ ਇਲਾਵਾ ਕਿਸੇ ਨੇ ਮਾਸਕ ਲਾਇਆ ਨਹੀਂ ਲਾਇਆ, ਉਹਨੂੰ ਕੁਝ ਨਹੀਂ ਕਿਹਾ ਗਿਆ, ਜੋ ਕਿ ਅੱਗੇ ਜਾ ਕੇ ਬੂਥ ਵਿੱਚ ਵੀ ਹੋਇਆ। ਸੋ ਮੈਨੂੰ ਲੱਗਦਾ ਇਲੈਕਸ਼ਨ ਕਮਿਸ਼ਨ ਨੂੰ ਹਜੇ ਕੁਝ ਚੋਣਾਂ ਹੋਰ ਪਈਆਂ ਨੇ, ਯੂਪੀ 'ਚ ਹਜੇ ਹੋਰ ਚੋਣਾਂ ਪਈਆਂ ਨੇ, ਅੱਗੇ ਹੋਰ ਚੋਣਾਂ ਹੋਣੀਆਂ ਨੇ। ਇਹ ਚੀਜ਼ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਅਸੀਂ ਨਾ ਭੁੱਲੀਏ ਕਿ ਚਲੋ ਕਹਿਣ ਨੂੰ ਤਾਂ ਤੀਜੀ ਲਹਿਰ ਥੋੜੀ ਕਮਜ਼ੋਰ ਰਹੀ ਹੈ, ਓਮਿਕਰੋਨ ਦਾ ਇੰਨਾ ਅਸਰ ਨਹੀਂ ਪਿਆ, ਪਰ ਸੱਚ ਇਹ ਹੀ ਹੈ ਕਿ ਹਰ ਰੋਜ਼ ਹਜੇ ਵੀ ਕਈ ਹਜ਼ਾਰ ਲੋਕ ਕੋਵਿਡ ਪੋਜ਼ਿਟਿਵ ਹੋ ਰਹੇ ਨੇ, ਤੇ ਹਰ ਰੋਜ਼ ਹਜੇ ਵੀ ਦੇਸ਼ ਵਿੱਚ, ਦੁਨੀਆ ਵਿੱਚ ਕੋਵਿਡ ਦੇ ਚੱਲਦੇ ਮੌਤਾਂ ਹੋ ਰਹੀਆਂ ਨੇ। ਮੌਤ ਚਾਹੇ 1 ਹੋਵੇ ਚਾਹੇ 1000 ਹੋਵੇ, ਸਾਨੂੰ ਇਹ ਭੁੱਲਣਾ ਨਹੀਂ ਚਾਹੀਦਾ ਕਿ ਅਸੀਂ ਕੋਵਿਡ ਤੋਂ ਮੁਕਤ ਹੋਣਾ ਚਾਹੁੰਦੇ ਆ। ਕੋਵਿਡ ਤੋਂ ਹੋਣ ਵਾਲੀ ਹਸਪੀਟਲਾਈਜੇਸ਼ਨਸ ਤੇ ਮੌਤਾਂ ਨੂੰ ਰੋਕਣਾ ਚਾਹੁੰਦੇ ਆ। ਸੋ ਸਾਡੀ ਡੈਮੋਕ੍ਰੇਸੀ ਲਈ, ਲੋਕਤੰਤਰ ਲਈ
ਚੋਣਾਂ ਹੁੰਦੀਆਂ ਰਹਿਣ ਬੜਾ ਇੰਪੋਰਟੈਂਟ ਹੈ, ਪਰ ਨਾਲ ਦੀ ਨਾਲ ਇਸ ਚੀਜ਼ ਦਾ ਧਿਆਨ ਰੱਖਣਾ ਮੇਰੇ ਹਿਸਾਬ ਨਾਲ ਬੜਾ ਇੰਪੋਰਟੈਂਟ ਹੈ। ਸੋ ਮੇਰੀ ਇਹ ਅਪੀਲ ਕਹਿ ਲਓ ਤੇ ਸਾਡੇ ਸਾਰਿਆਂ ਲਈ ਵੀ ਮੈਸੇਜ ਕਿ ਅਸੀਂ ਆਪ ਵੀ ਇਸ ਤਰ੍ਹਾਂ ਮਾਸਕ ਲਾਈਏ, ਸਾਰੇ ਕਿਤੇ ਲਾਈਏ, ਚੋਣਾਂ 'ਚ ਵੀ। ਈਸੀ ਮੈਂ ਇਹ ਚਾਹੂੰਗਾ ਕਿ ਇਹਨੂੰ ਬੈਟਰ ਇੰਪਲੀਮੈਂਟ ਕਰੇ ਕਿ ਕੋਵਿਡ ਇਹਨਾਂ ਚੋਣਾਂ ਕਰਕੇ ਹੋਰ ਜ਼ਿਆਦਾ ਨਾ ਫੈਲੇ। ਤੇ ਹਾਂ, ਈਸੀ ਦੀ ਫਾਈਨਲੀ ਇੱਕ ਹੋਰ ਗੱਲ, ਜੇ ਸੱਚੀ ਪੰਜਾਬ ਐਟਲੀਸਟ ਇਲੈਕਸ਼ਨ ਕਮਿਸ਼ਨ ਸੀਰੀਅਸ ਹੈ ਪੋਲ ਪਰਸੈਂਟੇਜ ਵਧਾਉਣ ਲਈ, ਤਾਂ ਜਿਹੜਾ ਇਹ ਥੋੜੀ ਜਿਹੀ ਲਿਪ ਸਰਵਿਸ ਹੋ ਜਾਂਦੀ ਹੈ, ਥੋੜੀ ਵੀਡੀਓ ਐਡਵਰਟਾਈਜ਼ਮੈਂਟਸ ਆ ਜਾਂਦੀਆਂ ਨੇ, ਵੋਟ ਜ਼ਰੂਰ ਪਾਓ, ਜਾਂ ਫਿਰ ਇਹ ਟਰਾਂਸਜੈਂਡਰਸ ਕੋਲ ਜਾਂਦੇ ਨੇ, ਬਜ਼ੁਰਗਾਂ ਕੋਲ, ਬਹੁਤ ਬਜ਼ੁਰਗਾਂ ਕੋਲ, ਫਸਟ ਟਾਈਮ ਵੋਟਰਸ ਲਈ ਕੁਝ ਨਾ ਕੁਝ ਗਿਫਟ ਕੱਢਦੇ ਨੇ, ਇਹ ਛੋਟੀਆਂ-ਛੋਟੀਆਂ ਚੀਜ਼ਾਂ ਇਨਫ ਨਹੀਂ ਹੈ। ਲੋਕਾਂ ਨੂੰ ਕਾਰਨ ਮਿਲਣਾ ਚਾਹੀਦਾ ਕਿ ਘਰੋਂ ਉੱਠ ਕੇ ਜਾ ਕੇ ਉਹ ਵੋਟ ਪਾ ਕੇ ਆਉਣ। ਇਹਦੇ ਬਹੁਤ ਤਰੀਕੇ ਹੁੰਦੇ ਨੇ, ਖਾਸ ਕਰਕੇ ਜਦੋਂ ਦਾ ਨੋਟਾ ਦੀ ਆਪਸ਼ਨ ਆਈ ਹੈ, ਕਿਉਂਕਿ ਬਹੁਤ ਵੱਡਾ ਰੀਜ਼ਨ ਇਹ ਰਹਿੰਦਾ ਹੈ ਕਿ ਲੋਕ ਕਹਿੰਦੇ ਅਸੀਂ ਡਿਸਇਲੂਜਨ ਨਾ, ਸਾਨੂੰ ਕੋਈ ਵੀ ਕੈਂਡੀਡੇਟ ਪਸੰਦ ਨਹੀਂ ਹੈ। ਸੋ ਉਹਨਾਂ ਨੂੰ ਇਹ ਇਨਸਪੀਰੇਸ਼ਨ ਜਾਂ ਕਿਸੇ ਵੀ ਤਰ੍ਹਾਂ ਦਾ ਉਤਸ਼ਾਹ ਉਹਨਾਂ 'ਚ ਪੈਦਾ ਕਰਾਉਣਾ ਈਸੀ ਦਾ ਕੰਮ ਹੈ ਕਿ ਵੋਟ ਜ਼ਰੂਰ ਪਾਓ, ਚਾਹੇ ਨੋਟਾਂ ਨੂੰ ਪਾਓ। ਇਹ ਗੱਲ ਅਲੱਗ ਹੈ ਕਿ ਉਹ ਇਨਕਨਸੀਕੁਐਂਸ਼ੀਅਲ ਹੈ, ਨੋਟਾਂ ਦਾ ਕੋਈ ਫਾਇਦਾ ਨਹੀਂ, ਪਰ ਇਲੈਕਸ਼ਨ ਕਮਿਸ਼ਨ ਦਾ ਜੋ ਕੰਮ ਹੈ ਉਹ ਪੋਲ ਪਰਸੈਂਟੇਜ ਨੂੰ ਵਧਾਉਣਾ ਹੈ। ਮੈਂ ਇਲੈਕਸ਼ਨ ਕਮਿਸ਼ਨ ਨਾਲ ਇੱਕ ਪ੍ਰੋਜੈਕਟ 2019 ਵਿੱਚ ਪੰਜਾਬ ਇਲੈਕਸ਼ਨ ਕਮਿਸ਼ਨ ਨਾਲ ਕਰ ਚੁੱਕਿਆ, ਸੋ ਮੈਂ ਇਹ ਜਾਣਦਾ ਹਾਂ ਕਿ ਜੇ ਪੋਲ ਪਰਸੈਂਟੇਜ ਪਿਛਲੀ ਵਾਰ ਤੋਂ ਘਟਦੀ ਹੈ ਤਾਂ ਸੈਂਟਰਲ ਇਲੈਕਸ਼ਨ ਕਮਿਸ਼ਨ ਤੋਂ ਬਹੁਤ ਫਟਕਾਰ ਲੱਗਦੀ ਹੈ ਉਸ ਸਟੇਟ ਦੀ ਚੋਣ ਕਮਿਸ਼ਨ ਨੂੰ, ਤੇ ਫਿਰ ਸਾਰੇ ਹੀ ਮੁਲਾਜ਼ਮ ਜਿੰਨੇ ਵੀ ਉਸ ਚੋਣ ਨੂੰ ਕਰਵਾਉਣ 'ਚ ਇਨਵੋਲਵਡ ਹੁੰਦੇ ਨੇ ਇਲੈਕਸ਼ਨ ਕਮਿਸ਼ਨ ਵੱਲੋਂ, ਸਾਰਿਆਂ ਨੂੰ ਜਵਾਬਦੇਹੀ ਕਰਨੀ ਪੈਂਦੀ ਹੈ। ਸੋ ਇਸ ਕਰਕੇ ਬੈਟਰ ਕੰਮ ਕਰਨਾ ਬੜਾ ਇੰਪੋਰਟੈਂਟ ਹੈ। ਫਾਈਨਲੀ, ਇਹ ਬੈਟਰ ਪਰਫਾਰਮੈਂਸ ਨਾ ਹੋਣ ਦੇ ਕੁਝ ਥੋੜੇ ਜਿਹੇ ਕਾਰਨ ਹੋ ਸਕਦੇ ਨੇ। ਇੱਕ ਹੋ ਸਕਦਾ ਇਨਫਰਾਸਟ੍ਰਕਚਰ ਜਾਂ ਪੈਸੇ ਦੀ ਕਮੀ, ਜੋ ਮੈਨੂੰ ਲੱਗਦਾ ਅਸੀਂ ਸਾਰੇ ਜਾਣਦੇ ਹਾਂ ਕਿ ਇਹੋ ਜਿਹਾ ਕੁਝ ਇਲੈਕਸ਼ਨ ਕਮਿਸ਼ਨ 'ਚ ਨਹੀਂ ਹੈ। ਦੂਸਰਾ ਹੋ ਸਕਦਾ ਹੈ ਟੈਲੈਂਟ ਦੀ ਕਮੀ। ਟੈਲੈਂਟ ਦੀ ਕਮੀ ਯਾਨੀ ਕਿ ਜੋ ਇਲੈਕਸ਼ਨ ਕਮਿਸ਼ਨ ਨੂੰ ਚਲਾ ਰਹੇ ਨੇ, ਟੌਪ ਤੇ ਇੱਕ ਆਈਐਸ ਆਫੀਸਰ ਚਲਾਉਂਦਾ ਹੈ, ਉਹਦੇ ਟੈਲੈਂਟ ਤੇ ਸ਼ੱਕ ਕਰਨਾ ਸਹੀ ਨਹੀਂ ਹੋਏਗਾ। ਫਿਰ ਬਾਕੀ ਟੀਮ ਹੁੰਦੀ ਹੈ, ਬਾਕੀ ਟੀਮ ਉਹੀ ਕਰੇਗੀ ਜੋ ਆਰਡਰ ਆਏਗਾ ਉੱਪਰ ਆਲਾ ਅਧਿਕਾਰੀਆਂ ਤੋਂ। ਮੇਰੇ ਹਿਸਾਬ ਨਾਲ ਟੈਲੈਂਟ ਦੀ ਕਮੀ ਨਹੀਂ ਹੈ। ਜੇ ਹੈ ਤਾਂ ਫਿਰ ਸਾਡੇ ਦੇਸ਼ ਦੀ ਸਰਕਾਰਾਂ ਜਾਂ ਸਾਡੇ ਦੇਸ਼ 'ਚ ਜਿਵੇਂ ਅਸੀਂ ਇਹ ਟੈਲੈਂਟ ਨੂੰ ਸਿਲੈਕਟ ਕਰਦੇ ਹਾਂ ਉਹਦੇ ਤੇ ਸਵਾਲ ਹੈ। ਬਟ ਫਾਈਨਲੀ ਜੋ ਸਭ ਤੋਂ ਵੱਡਾ ਕਾਰਨ ਹੋ ਸਕਦਾ ਹੈ ਵਿਲ ਪਾਵਰ ਦੀ ਕਮੀ, ਇੱਛਾ ਅੱਛਾ ਪਰਫਾਰਮ ਕਰਨ ਦੀ ਉਹਦੀ ਕਮੀ ਹੈ, ਕਿਉਂਕਿ ਜੋ ਤਰੀਕੇ ਜਾਂ ਮੈਜਰਸ ਹੁਣ ਤੱਕ ਇਲੈਕਸ਼ਨ ਕਮਿਸ਼ਨ ਅਪਣਾ ਰਹੀ ਹੈ ਉਹ ਤਾਂ ਫੇਲ ਹੁੰਦੇ ਹੀ ਦਿਖ ਰਹੇ ਨੇ ਜੇ ਅੰਕੜਿਆਂ ਨੂੰ ਦੇਖੀਏ। ਖੈਰ, ਉਮੀਦ ਕਰਦੇ ਹਾਂ ਇਹ ਦੋਵਾਂ ਚੀਜ਼ਾਂ ਵੱਲ ਧਿਆਨ ਦਿੱਤਾ ਜਾਏਗਾ, ਸੈਂਟਰਲ ਇਲੈਕਸ਼ਨ ਕਮਿਸ਼ਨ ਵੱਲੋਂ ਵੀ ਤੇ ਪੰਜਾਬ ਇਲੈਕਸ਼ਨ ਕਮਿਸ਼ਨ ਵੱਲੋਂ ਵੀ। ਇਸੇ ਉਮੀਦ 'ਚ ਮੈਂ ਤੁਹਾਨੂੰ ਮਿਲਦਾ ਰਹੂੰਗਾ, ਸਪੈਸ਼ਲ ਰਿਪੋਰਟਸ ਐਵੇਂ ਦੀਆਂ, ਐਨਾਲਿਸਿਸ ਹਰ ਚੀਜ਼ ਦਾ ਕਰਦਾ ਰਹਾਂਗਾ। ਤੁਸੀਂ ਦੇਖਦੇ ਰਹੋ ਪੰਜਾਬ ਟੁਡੇ। ਸਤਿ ਸ਼੍ਰੀ ਅਕਾਲ।